ਕਰੋੜਾ ਰਿਸ਼ਵਤ ਮਾਮਲੇ ਦੇ ਵਿੱਚ ਮੋਹਾਲੀ ਦਾ ਵੱਡਾ ਬਿਲਡਰ ਤਲਬ। ਸੂਤਰਾਂ ਮੁਤਾਬਕ ਬਿਲਡਰ ਨੇ ਰਿਸ਼ਵਤ ਦੇ ਪੈਸਿਆਂ ਦਾ ਕੀਤਾ ਸੀ ਇੰਤਜ਼ਾਮ। ਅੱਜ ਵਿਜੀਲੈਂਸ ਦੀ ਟੀਮ ਕਰੇਗੀ ਪੁੱਛਗਿੱਛ। ਜੰਮੂ ਕਸ਼ਮੀਰ ਦੇ ਵਿੱਚ ਨਹੀਂ ਮਿਲੀ MP ਸਿਮਰਨਜੀਤ ਸਿੰਘ ਮਾਨ ਨੂੰ ਐਂਟਰੀ। ਲਖਨਪੁਰ ਬਾਰਡਰ ਤੇ ਹੀ ਪ੍ਰਸ਼ਾਸਨ ਨੇ ਰੋਕਿਆ। ਰਾਤ ਤੋਂ ਧਰਨੇ ਤੇ ਬੈਠੇ ਨੇ ਮਾਨ। 9 ਘੰਟੇ ਦੀ ਮੈਰਾਥਨ ਪੁੱਛਗਿੱਛ ਤੋਂ ਬਾਅਦ ਮਨੀਸ਼ ਸਿਸੋਦੀਆ ਦਾ ਵੱਡਾ ਇਲਜ਼ਾਮ। ਬੋਲੇ ਮੇਰੇ ਖਿਲਾਫ ਕੇਸ ਆਪਰੇਸ਼ਨ ਲੋਟਸ ਦਾ ਹੀ ਹਿੱਸਾ। ਆਮ ਆਦਮੀ ਪਾਰਟੀ ਛੱਡਣ ਦਾ ਬਣਾਇਆ ਗਿਆ ਦਬਾਅ। ਮੁੱਖ ਮੰਤਰੀ ਦੇ ਅਹੁਦੇ ਦਾ ਵੀ ਮਿਲਿਆ ਆਫਰ। ਅਰਵਿੰਦ ਕੇਜਰੀਵਾਲ ਦੇ ਬਿਆਨ ਤੇ ਬਵਾਲ ਜਾਰੀ। ਸਿਆਸੀ ਵਿਰੋਧੀਆਂ ਤੋਂ ਬਾਅਦ ਭਗਤ ਸਿੰਘ ਦੇ ਪਰਿਵਾਰ ਨੇ ਵੀ ਜਤਾਇਆ ਸਖਤ ਇਤਰਾਜ਼। ਸ਼ਹੀਦ ਆਜ਼ਮ ਦੇ ਨਾਮ ਤੇ ਸਿਆਸਤ ਨਾ ਕਰਨ ਦੀ ਦਿੱਤੀ ਨਸੀਹਤ। ਕਿਹਾ ਕ੍ਰਿਮੀਨਲ ਕੇਸਾਂ ਦਾ ਸਾਹਮਣਾ ਕਰ ਰਹੇ ਲੋਕ ਭਗਤ ਸਿੰਘ ਦੇ ਪੈਰਾਂ ਦੀ ਧੂੜ ਬਰਾਬਰ ਵੀ ਨਹੀਂ। ਪੰਜਾਬ ਯੂਨੀਵਰਸਿਟੀ ਦੀ ਸਟੂਡੈਂਟ ਯੂਨੀਅਨ ਦੀ ਚੋਣ ਅੱਜ ਸਵੇਰੇ 9:30 ਵਜੇ ਸ਼ੁਰੂ ਹੋਏਗੀ ਵੋਟਿੰਗ। ਸ਼ਾਮ ਤੱਕ ਆ ਜਾਏਗਾ ਨਤੀਜਾ। 4 ਦਿਨਾਂ 'ਚ ਅੰਮ੍ਰਿਤਸਰ ਦਾ ਤੀਸਰਾ ਪਾਕਿਸਤਾਨੀ ਡਰੋਨ ਤਰਾਸ਼ਾਹੀ। BSF ਨੇ ਸਰਹੱਦੀ ਪਿੰਡ ਕਲਮ ਡੋਗਰਾ 'ਚ ਗਿਰਾਇਆ ਡਰੋਨ। 2.5 ਕਿਲੋ ਹੈਰੋਇਨ ਜ਼ਬਤ। ਫਰਾਰ ਗੈਂਗਸਟਰ ਦੀਪਕ ਚੀਨੂ ਦੀ ਗਰਲਫ੍ਰੈਂਡ ਦੀ ਅੱਜ ਮਾਨਸਾ ਕੋਰਟ 'ਚ ਪੇਸ਼ੀ। 4 ਦਿਨਾਂ ਦੇ ਪੁਲਿਸ ਰਿਮਾਂਡ 'ਚ ਸੀ ਜਤਿੰਦਰ ਕੌਰ। ਗੈਂਗਸਟਰ ਦੀ ਭੱਜਣ 'ਚ ਕੀਤੀ ਸੀ ਮਦਦ। RPG ਅਟੈਕ ਦੇ ਮੁੱਖ ਮੁਲਜ਼ਮ ਚੜਤ ਸਿੰਘ ਨੂੰ ਅੱਜ ਮੋਹਾਲੀ ਕੋਰਟ 'ਚ ਪੇਸ਼ ਕਰੇਗੀ ਪੁਲਿਸ। ਅੱਜ ਖਤਮ ਹੋ ਰਿਹਾ 5 ਦਿਨ ਦਾ ਰਿਮਾਂਡ। ਮੁੰਬਈ ਤੋਂ ਕੀਤਾ ਗਿਆ ਸੀ ਗ੍ਰਿਫਤਾਰ। ਅੰਬਾਲਾ 'ਚ ਕਾਰ ਸਵਾਰ ਸ਼ਖਸ ਦੀ ਸ਼ਰੇਆਮ ਗੁੰਡਾਗਰਦੀ। ਹਾਈਵੇ ਤੇ ਪੁਲਿਸ ਮੁਲਾਜ਼ਮ ਦੇ ਨਾਲ ਕੀਤੀ ਕੁੱਟਮਾਰ ਤੇ ਪਾੜੀ ਵਰਦੀ। ਖੁਦ ਬਾਈਕ ਨੂੰ ਟੱਕਰ ਮਾਰ ਕੇ ਪੁਲਿਸ ਨਾਲ ਉਲਝਿਆ ਸੀ ਕਾਰ ਸਵਾਰ। ਅੰਮ੍ਰਿਤਸਰ ਦੇ ਵਿੱਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼। ਹੋਟਲ ਮਾਲਕ ਸਣੇ 5 ਗ੍ਰਿਫਤਾਰ। ਬੱਸ ਅੱਡੇ ਸਾਹਮਣੇ ਵੱਡੇ ਹੋਟਲ 'ਚ ਚੱਲ ਰਿਹਾ ਸੀ ਕਾਲਾ ਕਾਰੋਬਾਰ। ਨਵੇਂ ਸਿਰੇ ਤੋਂ ਤਿਆਰ ਹੋਏਗੀ ਪੰਜਾਬ ਸਰਕਾਰ ਦੀ ਘਰ ਘਰ ਰਾਸ਼ਨ ਸਕੀਮ। ਹਾਈਕੋਰਟ ਦੇ ਵਿੱਚ ਦਾਖਲ ਕੀਤਾ ਹਲਫਨਾਮਾ। ਕਿਹਾ ਕੁਝ ਬਦਲਾਅ ਤੋਂ ਬਾਅਦ ਲਿਆਵਾਂਗੇ ਸਕੀਮ। ਡਿਪੂ ਹੋਲਡਰਾਂ ਨੇ ਦਿੱਤੀ ਸੀ ਚੁਣੌਤੀ। सत श्री अकाल, मैं अर्शदीप संधू न्यूज़ 18 पंजाब देख रहे दर्शकों का स्वागत है। शुरुआत करते हैं वड्डी खबर दे नाल। जम्मू कश्मीर के लखनपुर बॉर्डर से रात तो ही MP सिमरनजीत सिंह मान धरने ते बैठे ने। प्रशासन ने अगे जाने की इजाजत नहीं दी। रोके जाने प्रोग्राम च शामिल होने के लिए सिमरनजीत सिंह मान ने जाना सी, लेकिन प्रशासन ने इजाजत ने। तेजिंदर पूरी जानकारी की है हुण तक कि हजे भी धरने के उत्ते बैठे ने सिमरनजीत सिंह मान ते इजाजत क्यों नहीं दी गई, पूरी डिटेल। देखो अर्शदीप, इस वक्त भी सिमरनजीत सिंह मान ਜਿਹੜੇ MP ਹੈਗੇ ਮੈਂਬਰ ਪਾਰਲੀਮੈਂਟ ਸੰਗਰੂਰ ਤੋਂ, ਉਹ ਇੱਥੇ ਲਖਨਪੁਰ ਬਾਰਡਰ ਕ੍ਰਾਸਿੰਗ ਹੈਗੀ ਜਿਹੜੀ ਪੰਜਾਬ ਸਟੇਟ ਆਫ ਪੰਜਾਬ ਨੂੰ ਯੂਨੀਅਨ ਟੈਰੀਟਰੀ ਆਫ ਜੰਮੂ ਐਂਡ ਕਸ਼ਮੀਰ ਦੇ ਨਾਲ ਜੋੜਦੀ ਹੈ। ਉੱਥੇ ਕੱਲ ਰਾਤ ਤੋਂ ਹੀ ਸਿਮਰਨਜੀਤ ਸਿੰਘ ਮਾਨ ਤੇ ਉਹਨਾਂ ਦੇ ਜਿਹੜੇ ਸਮਰਥਕ ਹੈਗੇ ਉੱਥੇ ਧਰਨੇ ਤੇ ਬੈਠੇ ਹੋਏ ਨੇ। ਜੰਮੂ ਕਸ਼ਮੀਰ ਪ੍ਰਸ਼ਾਸਨ ਦਾ ਇਹ ਕਹਿਣਾ ਹੈ ਕਿ ਸਿਮਰਨਜੀਤ ਸਿੰਘ ਮਾਨ ਦੇ ਕਠੂਆ ਆਉਣ ਦੇ ਕਰਕੇ ਉੱਥੇ ਜਿਹੜੀ ਕਮਿਊਨਲ ਹਾਰਮਨੀ ਹੈ ਉਹਦੇ ਵਿੱਚ ਡਿਸਟਰਬੈਂਸ ਹੋਏਗੀ, ਕਿਉਂਕਿ ਸਿਮਰਨਜੀਤ ਸਿੰਘ ਮਾਨ ਜਾਣੇ ਜਾਂਦੇ ਨੇ ਭੜਕਾਊ ਭਾਸ਼ਣ ਦੇਣ ਵਾਸਤੇ। ਉਹਨਾਂ ਦੀ ਐਸੀ ਆਈਡੀਓਲੋਜੀ ਹੈਗੀ ਜਿਹੜੀ ਕਈ ਲੋਕਾਂ ਨੂੰ ਪਸੰਦ ਨਹੀਂ ਹੈਗੀ, ਜਿਸ ਆਈਡੀਓਲੋਜੀ ਤੇ ਉਹ ਭਾਸ਼ਣ ਦਿੰਦੇ ਨੇ। ਤੇ ਉਸ ਵਜ੍ਹਾ ਦੇ ਕਰਕੇ ਜੰਮੂ ਕਸ਼ਮੀਰ ਪ੍ਰਸ਼ਾਸਨ ਦਾ ਇਹ ਕਹਿਣਾ ਕਿ ਅਗਰ ਸਿਮਰਨਜੀਤ ਸਿੰਘ ਮਾਨ ਜੰਮੂ ਕਸ਼ਮੀਰ ਵਿੱਚ ਆਉਂਦੇ ਨੇ ਤੇ ਇੱਥੇ ਹਾਲਾਤ ਖਰਾਬ ਹੋਣ ਦੇ, ਜਿਹੜੇ ਕਮਿਊਨਲ ਹਾਰਮਨੀ ਉਹਦੇ ਵਿੱਚ ਡਿਸਟਰਬੈਂਸ ਆਉਣ ਦੀ ਪੂਰੀ ਸੰਭਾਵਨਾ ਹੈ। ਕੱਲ ਰਾਤ ਤੋਂ ਹੀ ਜਦੋਂ ਸਿਮਰਨਜੀਤ ਸਿੰਘ ਮਾਨ ਤੇ ਉਹਨਾਂ ਦਾ ਕਾਫਿਲਾ ਜੰਮੂ ਕਸ਼ਮੀਰ ਵਿੱਚ ਐਂਟਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਉਹਨਾਂ ਨੂੰ ਉੱਥੇ ਹੀ ਲਖਨਪੁਰ ਬਾਰਡਰ ਕ੍ਰਾਸਿੰਗ ਤੇ ਰੋਕਿਆ ਗਿਆ ਹੈ। ਕਠੂਆ ਜ਼ਿਲ੍ਹੇ ਦੇ DM SSP ਦੋਨੋਂ ਨੇ ਜਾ ਕੇ ਸਿਮਰਨਜੀਤ ਸਿੰਘ ਮਾਨ ਨੂੰ ਰਿਕੁਐਸਟ ਕੀਤੀ ਸੀਗੀ ਕਿ ਤੁਸੀਂ ਵਾਪਸ ਲੌਟ ਜਾਓ। ਨੈਕਸਟ ਟਾਈਮ ਜਦੋਂ ਤੁਸੀਂ ਆਓਗੇ ਤੇ ਪ੍ਰੋਪਰ ਵੇ ਨਾਲ ਤੁਸੀਂ ਪਹਿਲੇ ਜੰਮੂ ਕਸ਼ਮੀਰ ਸਰਕਾਰ ਕੋਲੋਂ ਪਰਮਿਸ਼ਨ ਲਓਗੇ, ਕਿਉਂਕਿ ਦੇਖ ਲਓ ਅਗਰ ਕੋਈ ਵੀ ਮੈਂਬਰ ਪਾਰਲੀਮੈਂਟ ਇਲੈਕਟਿਡ ਰਿਪਰੈਜ਼ੈਂਟੇਟਿਵ ਜਾਂ VVIP ਇੱਕ ਸਟੇਟ ਤੋਂ ਦੂਜੀ ਸਟੇਟ ਵਿੱਚ ਜਾਂਦਾ ਹੈ ਤੇ ਉਹਦਾ ਇੱਕ ਪ੍ਰੋਪਰ ਪ੍ਰੋਟੋਕੋਲ ਹੈਗਾ। ਸਿਕਿਉਰਿਟੀ ਏਜੰਸੀਜ਼ ਨੂੰ ਪਹਿਲੇ ਦੱਸਣਾ ਪੈਂਦਾ ਹੈ ਤਾਂ ਕਿ ਸੁਰੱਖਿਆ ਦੀ ਪ੍ਰੋਪਰ ਅਰੇਂਜਮੈਂਟ ਕੀਤੀ ਜਾਵੇ। ਉਹਨਾਂ ਦੇ ਰਹਿਣ ਸਹਿਣ ਦੀ, ਸਿਕਿਉਰਿਟੀ ਦੀ, ਟਰਾਂਸਪੋਰਟੇਸ਼ਨ ਦੀ ਪੂਰੀ ਜ਼ਿੰਮੇਦਾਰੀ ਉਸ ਸਟੇਟ ਦੀ ਹੁੰਦੀ ਹੈ ਜਿੱਥੇ ਉਹ VIP ਵਿਜ਼ਿਟ ਕਰਦੇ ਨੇ। ਤੇ ਸਿਮਰਨਜੀਤ ਸਿੰਘ ਮਾਨ ਦੇ ਕੇਸ ਵਿੱਚ ਉਹਨਾਂ ਨੇ ਜੰਮੂ ਕਸ਼ਮੀਰ ਪ੍ਰਸ਼ਾਸਨ ਨੂੰ ਕੋਈ ਆਪਣੇ ਆਉਣ ਦੀ ਇਨਫੋਰਮੇਸ਼ਨ ਨਹੀਂ ਦਿੱਤੀ ਸੀਗੀ।
ਤੇ ਜਦੋਂ ਜੰਮੂ ਕਸ਼ਮੀਰ ਪ੍ਰਸ਼ਾਸਨ ਨੂੰ ਇਹ ਪਤਾ ਲੱਗਿਆ ਕਿ ਸਿਮਰਨਜੀਤ ਸਿੰਘ ਮਾਨ ਬਾਰਡਰ ਕ੍ਰਾਸ ਕਰ ਰਹੇ ਹਨ, ਉਹਨਾਂ ਨੂੰ ਉੱਥੇ ਰੋਕ ਲਿਆ ਗਿਆ ਤੇ ਉਹਨਾਂ ਨੂੰ ਰਿਕੁਐਸਟ ਕੀਤੀ ਗਈ ਸੀ ਕਿ ਤੁਸੀਂ ਵਾਪਸ ਚਲੇ ਜਾਓ। ਲੇਕਿਨ ਕੱਲ ਰਾਤ ਤੋਂ ਹੀ ਸਿਮਰਨਜੀਤ ਸਿੰਘ ਮਾਨ ਤੇ ਉਹਨਾਂ ਦੇ ਸਮਰਥਕ ਉੱਥੇ ਲਖਨਪੁਰ ਬਾਰਡਰ ਤੇ ਨਾਅਰੇਬਾਜ਼ੀ ਕਰ ਰਹੇ ਹਨ, ਉੱਥੇ ਰੋਕੇ ਹੋਏ। ਰਾਤ ਨੂੰ ਸਿਮਰਨਜੀਤ ਸਿੰਘ ਮਾਨ ਨੇ ਰਾਤ ਆਪਣੀ ਗੱਡੀ ਵਿੱਚ ਹੀ ਲੇਟ ਕੇ ਬਿਤਾਈ ਹੈ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਉਹ ਜੰਮੂ ਕਸ਼ਮੀਰ ਵਿੱਚ ਆ ਕੇ ਜਿਹੜੇ ਇੱਥੇ ਮੁਸਲਮਾਨ ਰਹਿਣ ਵਾਲੇ ਹੈਗੇ, ਜਿਹੜੇ ਸਿੱਖ ਰਹਿਣ ਵਾਲੇ ਹੈਗੇ, ਉਹਨਾਂ ਨੂੰ ਆ ਕੇ ਮਿਲਣਾ ਚਾਹੁੰਦੇ ਨੇ ਤੇ ਉਹਨਾਂ ਦੀ ਜੋ ਮੁਸ਼ਕਿਲਾਤ ਹੈਗੀਆਂ, ਉਹਨੀ ਜੋ ਪ੍ਰੋਬਲਮਸ ਫੇਸ ਕਰ ਰਹੇ ਨੇ, ਉਹਨਾਂ ਦੀ ਸੁੱਧ ਲੈਣ ਵਾਸਤੇ ਕੋਈ ਨਹੀਂ ਹੈਗਾ ਤੇ ਉਹਨਾਂ ਨੂੰ ਮਿਲਣ ਵਾਸਤੇ ਆਉਣਾ ਚਾਹੁੰਦੇ ਸੀ। ਲੇਕਿਨ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਦੀ ਆਸ਼ੰਕਾ ਸੀਗੀ ਕਿ ਅਗਰ ਸਿਮਰਨਜੀਤ ਸਿੰਘ ਮਾਨ ਜੰਮੂ ਕਸ਼ਮੀਰ ਆਉਂਦੇ ਨੇ, ਉਹਨਾਂ ਦੇ ਆਉਣ ਦੇ ਕਰਕੇ ਹਾਲਾਤ ਖਰਾਬ ਹੋਣ ਦੇ ਕਾਫੀ ਬਿਲਕੁਲ ਤਾਂ ਪ੍ਰਸ਼ਾਸਨ ਦੇ ਵੱਲੋਂ ਹਾਲਾਤ ਖਰਾਬ ਹੋਣ ਦਾ ਹਵਾਲਾ ਦਿੱਤਾ ਗਿਆ ਹੈ। ਤਾਂ ਦੂਸਰੇ ਪਾਸੇ ਸਿਮਰਨਜੀਤ ਸਿੰਘ ਮਾਨ ਬਜ਼ਿੱਦ ਨੇ। ਸ਼ੁਕਰੀਆ ਤੇਜਿੰਦਰ ਪੂਰੀ ਜਾਣਕਾਰੀ ਦੇ ਲਈ। ਤਾਂ ਸਿਮਰਨਜੀਤ ਸਿੰਘ ਮਾਨ ਧਰਨੇ ਤੇ ਬੈਠੇ ਹੋਏ ਨੇ। ਕੱਲ ਦੇਰ ਰਾਤ ਤੋਂ ਕਠੂਆ ਜਾਣਾ ਚਾਹੁੰਦੇ ਸੀ ਸਿਮਰਨਜੀਤ ਸਿੰਘ ਮਾਨ, ਜਿੱਥੇ ਇੱਕ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਸ਼ਿਰਕਤ ਕਰਨੀ ਸੀ, ਲੇਕਿਨ ਉਹਨਾਂ ਨੂੰ ਇਜਾਜ਼ਤ ਨਹੀਂ ਮਿਲੀ। ਪ੍ਰਸ਼ਾਸਨ ਦੇ ਵੱਲੋਂ ਅਸ਼ਾਂਤੀ ਫੈਲਣ ਦਾ ਡਰ ਜਤਾਇਆ ਗਿਆ, ਜਿਸ ਦੇ ਕਾਰਨ ਉਹਨਾਂ ਨੂੰ ਐਂਟਰੀ ਨਹੀਂ ਦਿੱਤੀ ਜਾ ਰਹੀ ਤੇ ਕੱਲ ਰਾਤ ਤੋਂ ਹੀ ਆਪਣੇ ਸਮਰਥਕਾਂ ਸਮੇਤ ਸਿਮਰਨਜੀਤ ਸਿੰਘ ਮਾਨ ਧਰਨੇ ਤੇ ਬੈਠੇ ਨੇ। ਸਾਰੇ ਗੇਟ ਖੁੱਲੇ ਹੋਣੇ ਸੀਗੇ ਕਿਉਂ ਕਰਕੇ ਮੈਂ ਸਿੱਖ ਹਾਂ, ਇਸ ਕਰਕੇ ਮੇਰੇ ਲਈ ਬੀਜੇਪੀ ਤੇ ਆਰਐਸਐਸ ਨੇ ਗੇਟ ਬੰਦ ਕੀਤੇ ਹੋਏ ਆ। ਯਾਰ ਜੀ ਇਹ ਅਸੈਂਬਲੀ ਹੈ ਨਹੀਂ ਗੀ, ਕੋਈ ਇਹ ਲੈਜਿਸਲੇਚਰ ਹੈ ਨਹੀਂ ਗਾ, ਇੱਥੇ ਮਿਲਟਰੀ ਦਾ ਰਾਜ ਹੈ ਐਫਸਪਾ ਦਾ, ਤੇ ਇੱਥੇ ਕਾਹਦੀ ਜਮਹੂਰੀਅਤ ਹੈ। ਮੈਂ ਮਿਨੋਰਿਟੀ ਲਈ ਨਹੀਂ ਆਇਆ, ਮੈਂ ਕਸ਼ਮੀਰੀਆਂ ਲਈ ਇੱਥੇ ਆਇਆ ਹੈਗਾ। ਦੇਖ ਲਓ ਉਧਰੋਂ ਸਿੱਖਾਂ ਨੂੰ ਖਤਰਾ ਹੈਗਾ, ਮੈਂ ਦੇਖਣਾ ਹੈ, ਦੁਨੀਆ ਨੂੰ ਮੈਂ ਦੱਸਣਾ ਹੈ ਇੱਥੇ ਹੋ ਕੀ ਰਿਹਾ। ਮੈਂ ਸਾਰੇ ਕਸ਼ਮੀਰੀਆਂ ਲਈ ਆਇਆ ਹੈਗਾ। ਇਹ ਕਿਉਂ ਦਬਾਉਣਾ ਚਾਹੁੰਦੀ ਹੈ ਮੈਨੂੰ, ਕਿਉਂ ਨਹੀਂ ਅੰਦਰ ਜਾਣ ਦਿੰਦੀ। ਇਸ ਵੇਲੇ ਦੀ ਵੱਡੀ ਖਬਰ ਦਾ ਰੁਖ ਕਰਦੇ ਹਾਂ। ਐਨਆਈਏ ਦਾ ਵੱਡਾ ਐਕਸ਼ਨ। ਦਿੱਲੀ ਸਮੇਤ ਕਈ ਸੂਬਿਆਂ ਦੇ ਵਿੱਚ ਵੱਡੀ ਛਾਪੇਮਾਰੀ ਹੋ ਰਹੀ ਹੈ। ਕਈ ਗੈਂਗਸਟਰਾਂ ਦੇ ਗੁਰਗਿਆਂ ਦੇ ਖਿਲਾਫ ਕਾਰਵਾਈ ਹੋ ਰਹੀ ਹੈ। ਗੈਂਗਸਟਰਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਐਨਆਈਏ ਦੇ ਵੱਲੋਂ ਛਾਪੇਮਾਰੀ ਹੋ ਰਹੀ ਹੈ, ਗੈਂਗਸਟਰਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਦਿੱਲੀ ਸਮੇਤ ਕਈ ਸੂਬਿਆਂ 'ਚ ਵੱਡੀ ਰੇਡ ਇਸ ਵੇਲੇ ਜਾਰੀ ਹੈ। ਕਈ ਗੈਂਗਸਟਰਾਂ ਤੇ ਉਹਨਾਂ ਦੇ ਗੁਰਗਿਆਂ ਦੇ ਖਿਲਾਫ ਕਾਰਵਾਈ ਹੋ ਰਹੀ ਹੈ। ਗੈਂਗਸਟਰਾਂ ਦੇ ਜਾਣਕਾਰਾਂ ਦੇ ਟਿਕਾਣਿਆਂ ਤੇ ਵੀ ਛਾਪਾ ਮਾਰਿਆ ਜਾ ਰਿਹਾ ਹੈ। ਜੇ ਕੋਈ ਗੈਂਗਸਟਰਾਂ ਦੇ ਜਾਣਕਾਰ ਨੇ ਤਾਂ ਉਹਨਾਂ ਦੇ ਟਿਕਾਣਿਆਂ ਤੇ, ਉਹਨਾਂ ਦੇ ਘਰਾਂ ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਪਿਛਲੇ ਦਿਨਾਂ ਦੇ ਵਿੱਚ ਵੀ ਐਨਆਈਏ ਦੇ ਵੱਲੋਂ ਕਈ ਥਾਵਾਂ ਤੇ ਰੇਡਸ ਕੀਤੀਆਂ ਗਈਆਂ ਸੀ। ਹੁਣ ਫਿਰ ਤੋਂ ਵੱਡਾ ਐਕਸ਼ਨ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਦਾ। ਦਿੱਲੀ ਸਮੇਤ ਕਈ ਸੂਬਿਆਂ 'ਚ ਵੱਡੀ ਛਾਪੇਮਾਰੀ ਇਸ ਵੇਲੇ ਹੋ ਰਹੀ ਹੈ। ਗੈਂਗਸਟਰਾਂ ਤੇ ਉਹਨਾਂ ਦੇ ਗੁਰਗਿਆਂ ਦੇ ਖਿਲਾਫ ਕਾਰਵਾਈ ਹੋ ਰਹੀ ਹੈ। ਗੈਂਗਸਟਰਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਗੈਂਗਸਟਰਾਂ ਦੇ ਜਾਣਕਾਰਾਂ ਦੇ ਟਿਕਾਣਿਆਂ ਤੇ ਵੀ ਛਾਪਾ ਮਾਰਿਆ ਜਾ ਰਿਹਾ ਹੈ। ਇਸ ਵੇਲੇ ਦੀ ਵੱਡੀ ਖਬਰ ਹੈ। ਇਸ ਤੋਂ ਪਹਿਲਾਂ ਵੀ ਐਨਆਈਏ ਦਾ ਵੱਡਾ ਐਕਸ਼ਨ ਨਜ਼ਰ ਆਇਆ ਸੀ ਕੁਝ ਦਿਨ ਪਹਿਲਾਂ, ਤੇ ਹੁਣ ਫਿਰ ਤੋਂ ਕਈ ਸੂਬਿਆਂ ਦੇ ਵਿੱਚ ਐਨਆਈਏ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਗੈਂਗਸਟਰਾਂ ਦੇ ਟਿਕਾਣਿਆਂ ਤੇ ਛਾਪਾ ਮਾਰਿਆ ਜਾ ਰਿਹਾ ਹੈ। ਵੱਡੀ ਖਬਰ ਇਸ ਵੇਲੇ ਦੀ। ਇਸ ਤੋਂ ਪਹਿਲਾਂ ਵੀ ਇਹ ਐਕਸ਼ਨ ਨਜ਼ਰ ਆਇਆ ਸੀ। ਪੰਜਾਬ ਸਮੇਤ ਕਈ ਥਾਵਾਂ ਤੇ ਛਾਪੇਮਾਰੀ ਕੀਤੀ ਗਈ ਸੀ। ਪੰਜਾਬ, ਹਰਿਆਣਾ, ਦਿੱਲੀ, ਕਈ ਸੂਬਿਆਂ 'ਚ ਛਾਪਾ ਮਾਰਿਆ ਗਿਆ ਸੀ ਤੇ ਹੁਣ ਫਿਰ ਤੋਂ ਐਨਆਈਏ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਕਈ ਗੈਂਗਸਟਰਾਂ ਤੇ ਉਹਨਾਂ ਦੇ ਗੁਰਗਿਆਂ ਦੇ ਖਿਲਾਫ ਛਾਪਾ ਮਾਰਿਆ ਜਾ ਰਿਹਾ ਹੈ। ਗੈਂਗਸਟਰਾਂ ਦੇ ਟਿਕਾਣਿਆਂ ਤੇ, ਗੈਂਗਸਟਰਾਂ ਦੇ ਜਾਣਕਾਰਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਹੋ ਰਹੀ ਹੈ। ਤੇ ਇਸ ਤੋਂ ਪਹਿਲਾਂ ਵੀ ਐਨਆਈਏ ਦੇ ਵੱਲੋਂ ਇਹ ਵੱਡਾ ਐਕਸ਼ਨ ਅੰਜਾਮ ਦਿੱਤਾ ਗਿਆ ਸੀ। ਕਈ ਥਾਵਾਂ ਤੇ, ਕਈ ਸੂਬਿਆਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਸੀ। ਗੈਂਗਸਟਰਾਂ ਦੇ ਟਿਕਾਣਿਆਂ ਤੇ, ਗੈਂਗਸਟਰਾਂ ਦੇ ਜਾਣਕਾਰਾਂ ਦੇ ਟਿਕਾਣਿਆਂ ਤੇ ਛਾਪਾ ਮਾਰਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਕਈ ਸਾਰੇ ਗੈਂਗਸਟਰਾਂ ਦੇ ਟਿਕਾਣਿਆਂ ਤੇ ਛਾਪਾ ਮਾਰਿਆ ਗਿਆ ਸੀ। ਉਹਨਾਂ ਦੇ ਪਰਿਵਾਰ ਤੋਂ ਪੁੱਛਗਿੱਛ ਕੀਤੀ ਗਈ ਸੀ, ਘਰ ਖੰਗਾਲੇ ਗਏ ਸੀ ਤੇ ਹੁਣ ਫਿਰ ਤੋਂ ਐਨਆਈਏ ਦਾ ਵੱਡਾ ਐਕਸ਼ਨ। ਗੈਂਗਸਟਰਾਂ ਦੇ ਖਿਲਾਫ ਇਹ ਵੱਡਾ ਐਕਸ਼ਨ। ਗੈਂਗਸਟਰਾਂ ਦੇ ਟਿਕਾਣਿਆਂ ਤੇ ਛਾਪਾ ਮਾਰਿਆ ਜਾ ਰਿਹਾ ਹੈ। ਦਿੱਲੀ ਸਮੇਤ ਕਈ ਸੂਬਿਆਂ 'ਚ ਰੇਡ ਕੀਤੀ ਜਾ ਰਹੀ ਹੈ। ਗੈਂਗਸਟਰਾਂ ਤੇ ਉਹਨਾਂ ਦੇ गुर्गियों के खिलाफ ये कार्रवाई हो रही है। शंकर आनंद साडे सहयोगी जुड़ गए ने। शंकर, क्या कुछ आपके पास पूरी जानकारी? केंद्रीय जांच एजेंसी एनआईए के द्वारा इस वक्त में एक बड़ी कार्रवाई को अंजाम दिया जा रहा है। कई गैंगस्टर और गैंगस्टर से जुड़े हुए उसके गुर्गे और उसको मदद करने वालों के खिलाफ एक ठोस कार्रवाई को अंजाम दिया जा रहा है और 10 से ज्यादा लोकेशन पर इस वक्त में पंजाब,
में सर्च ऑपरेशन को अंजाम दिया जा रहा है। पंजाब के जो चंडीगढ़ इलाके हैं वहां पर कल देर रात में ही काफी डिप्लॉयमेंट वहां पे बढ़ाया गया एनआईए के अधिकारियों के द्वारा, और उसके बाद आज सुबह में तकरीबन 6 बजे ही चंडीगढ़ में भी सर्च ऑपरेशन को अंजाम दिया जा रहा है। और जिस तरह से अगर बात करें और गैंगस्टर की बात करें तो पिछले कुछ समय के दौरान जिस तरह से कई गैंगस्टर के खिलाफ महत्वपूर्ण जानकारियों को इकट्ठा किया गया और उसके बाद उस गैंगस्टर के खिलाफ कौन कौन उसके मददगार हैं, कौन उसको फंड जनरेट करता है और कौन कौन जो वो लोग हैं जो गैंगस्टर की सामने से या पीछे से बैकग्राउंड से उसको मदद करते हैं। तो इन तमाम लोगों को चिन्हित करने के बाद आज उन लोगों के खिलाफ सर्च ऑपरेशन को अंजाम दिया जा रहा है। तो एक तरह से कहा जा सकता है कि जिस तरह से पिछले कुछ समय पहले राजधानी दिल्ली, हरियाणा, पंजाब के में और राजस्थान में जो बहुत सारे ऐसे गैंगस्टर ग्रुप हैं जिसका आपस में कनेक्शन है, जो आपस में मिल करके एक बड़े ऑपरेशन को अंजाम देते हैं, बड़े मसलों को अंजाम देते हैं, तो उन गैंगस्टर पर नजर रखी जा रही थी और लिहाजा इसी बात की गंभीरता को देखते हुए उन तमाम लोगों की फहरिस्त तैयार की गई जो इस तरह के गैंगस्टर को मदद भी करते हैं। लिहाजा आज 10 से ज्यादा लोकेशन पर सर्च ऑपरेशन को अंजाम दिया जा रहा है। हालांकि अगर कुछ समय पहले की अगर बात करें तो पहले भी दिल्ली, हरियाणा में बहुत सारे ऐसे गैंगस्टर के खिलाफ कार्रवाई की गई थी, चाहे नीरज बवाना की बात करें, लॉरेंस बिश्नोई की बात करें, काला जठेरी की बात करें, जिसका सीधा तौर पर कनेक्शन सिर्फ राजधानी दिल्ली नहीं बल्कि हरियाणा, पंजाब में भी सीधे तौर पे उस लोगों का कनेक्शन था। तो एक तरह से कह सकते हैं कि अभी सर्च ऑपरेशन स्टार्ट हुआ है, लेकिन कौन कौन से वो जगह हैं जहां पर ऑपरेशन को अंजाम दिया जा रहा है और वो कौन कौन से गैंगस्टर हैं या उससे जुड़े हुए जो लोग हैं उसके नाम का भी खुलासा फिलहाल नहीं किया जा रहा है, क्योंकि इस वक्त में सर्च ऑपरेशन किया जा रहा है। तो अभी अगर शुरुआती तौर पर अगर नाम और एड्रेस अगर डिस्क्लोज किया जाएगा तो हो सकता है इसका फायदा उन अपराधियों को हो सकता है। लिहाजा जांच एजेंसी बेहद सतर्कता से उन तमाम गैंगस्टर और गैंगस्टर से जुड़े हुए तमाम लोगों के खिलाफ एक सर्च ऑपरेशन को अंजाम दे रही है। जी शुक्रिया शंकर पूरी जानकारी के लिए। ਤਾਂ ਐਨਆਈਏ ਦੇ ਵੱਲੋਂ ਵੱਡਾ ਐਕਸ਼ਨ ਪੰਜਾਬ ਦੇ ਕਈ ਗੈਂਗਸਟਰ ਵੀ ਰਡਾਰ ਤੇ ਨੇ। ਸੂਤਰਾਂ ਦੇ ਹਵਾਲੇ ਨਾਲੇ ਵੱਡੀ ਖਬਰ, ਕਈ ਸੂਬਿਆਂ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਗੈਂਗਸਟਰਾਂ ਦੀ ਮਦਦ ਕਰਨ ਵਾਲਿਆਂ ਤੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਗੈਂਗਸਟਰਾਂ ਦੀ ਮਦਦ ਕਰਨ ਵਾਲੇ ਉਹਨਾਂ ਦੇ ਜਾਣਕਾਰਾਂ ਦੇ ਘਰਾਂ ਤੇ ਵੀ ਛਾਪੇਮਾਰੀ ਹੋ ਰਹੀ ਹੈ। ਦਿੱਲੀ ਸਮੇਤ 10 ਥਾਵਾਂ ਤੇ ਇਸ ਵੇਲੇ ਛਾਪੇਮਾਰੀ ਹੋ ਰਹੀ ਹੈ। उधर साबका मंत्री सुंदर श्याम अरोड़ा ਨੂੰ ਲੈ ਕੇ ਵੱਡਾ ਖੁਲਾਸਾ ਹੋਇਆ। ਅਰੋੜਾ ਨੇ 50 ਲੱਖ ਰੁਪਏ ਇੱਕ ਬਿਲਡਰ ਤੋਂ ਲਏ ਸੀ। ਇਹ ਸੂਤਰਾਂ ਦੇ ਹਵਾਲੇ ਨਾਲ ਵੱਡੀ ਖਬਰ ਹੈ। 50 ਲੱਖ ਰੁਪਏ ਜੋ ਰਿਸ਼ਵਤ ਦੇਣ ਦੇ ਲਈ ਸੁੰਦਰ ਸ਼ਾਮ ਅਰੋੜਾ ਖੁਦ ਲੈ ਕੇ ਪਹੁੰਚੇ ਸੀ। ਵਿਜੀਲੈਂਸ ਦੇ ਵੱਲੋਂ ਜੋ ਖੁਲਾਸਾ ਕੀਤਾ ਗਿਆ ਸੀ, ਹੁਣ ਉਸ ਦੇ ਵਿੱਚ ਜਾਣਕਾਰੀ ਆ ਰਹੀ ਹੈ ਸੂਤਰਾਂ ਦੇ ਹਵਾਲੇ ਦੇ ਨਾਲ ਕਿ ਇੱਕ ਬਿਲਡਰ ਤੋਂ ਇਹ 50 ਲੱਖ ਰੁਪਏ ਸੁੰਦਰ ਸ਼ਾਮ ਅਰੋੜਾ ਨੇ ਲਏ ਸੀ। ਵਿਜੀਲੈਂਸ ਦੇ ਵੱਲੋਂ ਮੋਹਾਲੀ ਦੇ ਇੱਕ ਵੱਡੇ ਬਿਲਡਰ ਨੂੰ ਤਲਬ ਕੀਤਾ ਗਿਆ ਹੈ। ਅੱਜ ਪੁੱਛਗਿੱਛ ਦੇ ਲਈ ਮੋਹਾਲੀ ਵਿਜੀਲੈਂਸ ਦਫ਼ਤਰ ਬੁਲਾਇਆ ਗਿਆ ਹੈ। ਬਿਲਡਰ ਨੇ ਰਿਸ਼ਵਤ ਦੇ ਪੈਸਿਆਂ ਦਾ ਇੰਤਜ਼ਾਮ ਕੀਤਾ ਸੀ। ਇਹ ਸੂਤਰਾਂ ਦੇ ਹਵਾਲੇ ਨਾਲ ਵੱਡੀ ਖਬਰ ਹੈ। ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦਾ ਇਹ ਬਿਲਡਰ ਕਰੀਬੀ ਹੈ। ਬਿਲਡਰ ਦੇ ਕਈ ਪ੍ਰੋਜੈਕਟਾਂ ਦੇ ਵਿੱਚ ਅਰੋੜਾ ਦੇ ਕਰੀਬੀਆਂ ਨੇ ਨਿਵੇਸ਼ ਕੀਤਾ ਹੋਇਆ ਹੈ। ਵਿਜੀਲੈਂਸ ਦੇ ਕੋਲ 19 ਅਕਤੂਬਰ ਤੱਕ ਸੁੰਦਰ ਸ਼ਾਮ ਅਰੋੜਾ ਰਿਮਾਂਡ ਤੇ ਨੇ। ਲਗਾਤਾਰ ਪੁੱਛਗਿੱਛ ਹੋ ਰਹੀ ਹੈ। ਵਿਜੀਲੈਂਸ ਦੇ ਅਧਿਕਾਰੀ ਨੂੰ 50 ਲੱਖ ਦੀ ਰਿਸ਼ਵਤ ਦੇਣ ਦੇ ਇਲਜ਼ਾਮਾਂ ਹੇਠ ਗ੍ਰਿਫਤਾਰੀ ਹੋਈ ਹੈ। ਵਿਜੀਲੈਂਸ ਦੇ ਏਆਈਜੀ ਮਨਮੋਹਨ ਸ਼ਰਮਾ ਦੀ ਸ਼ਿਕਾਇਤ ਤੇ ਵਿਜੀਲੈਂਸ ਨੇ ਸੁੰਦਰ ਸ਼ਾਮ ਅਰੋੜਾ ਨੂੰ ਗ੍ਰਿਫਤਾਰ ਕੀਤਾ ਹੈ ਤੇ ਹੁਣ ਇਸ ਮਾਮਲੇ 'ਚ ਵੱਡਾ ਖੁਲਾਸਾ ਮੋਹਾਲੀ ਦੇ ਇੱਕ ਬਿਲਡਰ ਨੂੰ ਤਲਬ ਕੀਤਾ ਹੈ। ਵਿਜੀਲੈਂਸ ਨੇ ਇਸ ਬਿਲਡਰ ਦੇ ਉੱਤੇ ਪੈਸਿਆਂ ਦੇ ਇੰਤਜ਼ਾਮ ਕਰਨ ਦੇ ਇਲਜ਼ਾਮ ਨੇ ਕਿ ਇਸ ਦੇ ਵੱਲੋਂ 50 ਲੱਖ ਰੁਪਏ ਦਾ ਇੰਤਜ਼ਾਮ ਕੀਤਾ ਗਿਆ ਸੀ। ਮਨੋਜ ਰਾਠੀ ਸਾਡੇ ਸਹਿਯੋਗੀ ਜੁੜੇ ਨੇ। ਮਨੋਜ, ਕੀ ਕੁਝ ਪੂਰੀ ਜਾਣਕਾਰੀ? ਦੇਖੋ ਅਜਦੀਪ, ਇਹਦੇ ਵਿੱਚ ਹੁਣ ਕਈ ਚੀਜ਼ਾਂ ਜਿਹੜੀ ਨਿਕਲ ਕਰ ਸਾਹਮਣੇ ਆ ਰਹੀ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ 50 ਲੱਖ ਰੁਪਏ ਅਰੋੜਾ ਲੈ ਕੇ ਆਇਆ ਸੀਗਾ, ਜਿਹੜੇ ਵਿਜੀਲੈਂਸ ਤੇ ਏਆਈਜੀ ਮਨਮੋਹਨ ਕੁਮਾਰ ਨੂੰ ਦੇਣੇ ਸੀ, ਉਹ ਕਿੱਥੋਂ ਲੈ ਕੇ ਆਏ ਸੀ। ਤੇ ਹੁਣ ਜਿਹੜੀ ਗੱਲ ਨਿਕਲ ਕਰ ਸਾਹਮਣੇ ਆ ਰਹੀ ਹੈ ਕਿਉਂਕਿ ਖੁਦ ਉਹ ਰੀਅਲ ਸਟੇਟ ਦੇ ਬਿਜ਼ਨਸਮੈਨ ਨੇ, ਵੱਡੇ ਬਿਜ਼ਨਸਮੈਨ ਨੇ ਅਰੋੜਾ, ਤੇ ਉਹਨਾਂ ਦੇ ਕਾਫੀ ਜਿਹੜੇ ਵੱਡੇ ਬਿਲਡਰਸ ਨੇ, ਉਹਨਾਂ ਦੇ ਨਾਲ ਰਿਲੇਸ਼ਨ ਜਿਹੜੇ ਉਹ ਸਾਹਮਣੇ ਆਏ। ਤੇ ਹੁਣ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਇੱਕ ਮੋਹਾਲੀ ਜ਼ਿਲ੍ਹੇ ਦੇ ਵੱਡੇ ਬਿਲਡਰ ਤੋਂ ਉਹਨਾਂ ਨੇ ਪੈਸੇ ਅਰੇਂਜ ਕੀਤੇ ਸੀ ਤੇ ਉਹੀ ਪੈਸੇ ਲੈ ਕੇ ਉਹ ਸਿੱਧਾ ਜ਼ੀਰਕਪੁਰ ਜਿਹੜਾ ਏਆਈਜੀ ਮਨਮੋਹਨ ਸਿੰਘ ਦੀ ਜਿਹੜੀ ਸੁਸਾਇਟੀ ਉਹਦੇ 'ਚ ਰਹੇ, ਉੱਥੇ ਗਏ ਸੀਗੇ ਤੇ ਉੱਥੋਂ ਸਿੱਧਾ ਕੋਸਮੋ ਮਾਲ, ਜਿੱਥੇ ਏਆਈਜੀ ਨੇ ਕਿਹਾ ਸੀਗਾ ਕਿ ਮੈਂ ਕੋਸਮੋ ਮਾਲ ਖੜਾ, ਤੁਸੀਂ ਉੱਥੇ ਆ ਜਾਓ, ਉੱਧਰ ਗਏ ਸੀਗੇ। ਤੇ ਹੁਣ ਇਹ ਜਿਹੜੇ ਵੀ ਬਿਲਡਰ ਨੇ, ਇਹਨਾਂ ਨੂੰ ਤਲਬ ਕੀਤਾ ਗਿਆ ਵਿਜੀਲੈਂਸ ਵੱਲੋਂ ਤੇ ਪੁੱਛਗਿੱਛ ਵਾਸਤੇ ਅੱਜ ਬੁਲਾਇਆ ਗਿਆ ਹੈ ਤੇ ਪੁੱਛਗਿੱਛ ਹੋਏਗੀ ਕਿ ਕੀ ਹਿਸਾਬ ਹੈ, ਕਿਹੜੇ ਪੈਸੇ ਕਿੱਥੋਂ ਆਏ, ਇਹਨਾਂ ਦੇ ਨਾਲ ਕੀ ਰਿਲੇਸ਼ਨ ਹੈ। ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਜਿਹੜੀ ਹੈ ਪੁੱਛਗਿੱਛ ਹੋਏਗੀ, ਕਿਉਂਕਿ ਇਹ ਹੁਣ ਜਿਹੜਾ ਸੈਕਸ਼ਨ 8 ਜਿਹੜਾ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਹੈ, ਸੈਕਸ਼ਨ 8 ਦੇ ਤਹਿਤ ਜਿਹੜਾ ਅਰੋੜਾ ਨੂੰ ਗ੍ਰਿਫਤਾਰ ਕੀਤਾ ਹੈ,
ਉਹਦੇ ਵਿੱਚ ਜੀ। ਸਾਰੀ ਪੁੱਛਗਿੱਛ ਹੋਏਗੀ ਕਿ ਕਿਹੜੇ ਲੋਕ ਇਹਨਾਂ ਦੇ ਨਾਲ ਸ਼ਾਮਿਲ ਹੈ, ਕਿਸ ਤਰ੍ਹਾਂ ਦੀ ਜਿਹੜੀ ਲੈਣ ਦੇਣ ਹੁੰਦਾ ਹੈ, ਕਿਸ ਤਰ੍ਹਾਂ ਦੀ ਚੀਜ਼ਾਂ ਹੋਰ ਹੁੰਦੀ ਹੈ। ਇਹਨਾਂ ਜਿਹੜਾ 1 ਕਰੋੜ ਦੀ ਗੱਲ ਸਾਹਮਣੇ ਆਈ ਸੀ, ਉਹਨੂੰ ਲੈ ਕੇ ਹੁਣ ਵਿਜੀਲੈਂਸ ਸਾਰੀ ਚੀਜ਼ਾਂ ਦਾ ਜਿਹੜਾ ਖੁਲਾਸਾ ਹੈ ਉਹ ਜਲਦ ਕਰੂਗੀ। ਜੀ ਜੀ ਬਿਲਕੁਲ ਮਨੋਜ, ਜੁੜੇ ਰਹਿਣਾ। ਤਾਂ ਵੱਡੀ ਖਬਰ ਇਸ ਵੇਲੇ ਦੀ, ਸੁੰਦਰ ਸ਼ਾਮ ਅਰੋੜਾ ਦੇ ਵੱਲੋਂ ਜੋ 50 ਲੱਖ ਰੁਪਏ ਰਿਸ਼ਵਤ ਦੇਣ ਦੇ ਲਈ ਲਿਆਂਦੇ ਗਏ ਸੀ, ਸੂਤਰਾਂ ਦੇ ਮੁਤਾਬਕ ਉਹ ਮੋਹਾਲੀ ਦੇ ਇੱਕ ਵੱਡੇ ਬਿਲਡਰ ਤੋਂ ਲਏ ਗਏ ਸੀ। ਵੱਡੇ ਬਿਲਡਰ ਦੇ ਵੱਲੋਂ ਇੰਤਜ਼ਾਮ ਕੀਤਾ ਗਿਆ ਸੀ ਤੇ ਉਸ ਵੱਡੇ ਬਿਲਡਰ ਨੂੰ ਤਲਬ ਕੀਤਾ ਗਿਆ ਹੈ। ਇੱਕ ਹੋਰ ਵੱਡੀ ਖਬਰ ਇਸੇ ਕੇਸ ਦੇ ਨਾਲ ਜੁੜੀ ਹੋਈ, ਹੁਸ਼ਿਆਰਪੁਰ ਦੇ ਵਿੱਚ ਸੁੰਦਰ ਸ਼ਾਮ ਅਰੋੜਾ ਦੇ ਘਰ ਛਾਪੇਮਾਰੀ ਹੋ ਰਹੀ ਹੈ। ਵਿਜੀਲੈਂਸ ਨੇ ਕਈ ਘੰਟਿਆਂ ਤੱਕ ਘਰ ਦੀ ਤਲਾਸ਼ੀ ਲਈ ਹੈ। ਅਰੋੜਾ ਦੇ ਘਰੋਂ ਨੋਟ ਗਿਣਨ ਵਾਲੀ ਮਸ਼ੀਨ ਵੀ ਬਰਾਮਦ ਹੋਈ ਹੈ। ਨੋਟ ਗਿਣਨ ਵਾਲੀ ਮਸ਼ੀਨ ਦੀ ਮੈਮਰੀ ਵੀ ਚੈੱਕ ਕੀਤੀ ਜਾ ਰਹੀ ਹੈ। ਕੁਝ ਅਹਿਮ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਨੇ। ਛਾਪੇਮਾਰੀ ਦੀ ਵੀਡੀਓਗ੍ਰਾਫੀ ਵੀ ਕਰਵਾਈ ਗਈ ਹੈ। ਪ੍ਰਾਪਰਟੀ ਦੀ ਜਾਣਕਾਰੀ ਵੀ ਵਿਜੀਲੈਂਸ ਦੇ ਵੱਲੋਂ ਜੁਟਾਈ ਜਾ ਰਹੀ ਹੈ। ਤਾਂ ਉਹਨਾਂ ਦੇ ਘਰ ਤੇ ਛਾਪੇਮਾਰੀ ਕੀਤੀ ਗਈ ਹੈ। ਹੁਸ਼ਿਆਰਪੁਰ ਦੇ ਵਿੱਚ ਸੁੰਦਰ ਸ਼ਾਮ ਅਰੋੜਾ ਦੇ ਘਰ ਛਾਪੇਮਾਰੀ ਕੀਤੀ ਗਈ ਹੈ। ਕਈ ਘੰਟਿਆਂ ਤੱਕ ਘਰ ਦੀ ਤਲਾਸ਼ੀ ਲਈ ਹੈ। ਨੋਟ ਗਿਣਨ ਵਾਲੀ ਮਸ਼ੀਨ ਬਰਾਮਦ ਹੋਈ ਹੈ। ਮੈਮਰੀ ਚੈੱਕ ਕੀਤੀ ਜਾ ਰਹੀ ਹੈ ਤੇ ਕਈ ਅਹਿਮ ਦਸਤਾਵੇਜ਼ ਬਰਾਮਦ ਕੀਤੇ ਗਏ ਨੇ। ਛਾਪੇਮਾਰੀ ਦੀ ਵੀਡੀਓਗ੍ਰਾਫੀ ਕੀਤੀ ਗਈ ਹੈ। ਮਨੋਜ ਰਾਠੀ ਸਾਡੇ ਸਹਿਯੋਗੀ ਲਗਾਤਾਰ ਜੁੜੇ ਹੋਏ ਨੇ। ਮਨੋਜ, ਕੀ ਕੁਝ ਪੂਰੀ ਜਾਣਕਾਰੀ ਕੀਤਾ ਸੀਗਾ ਇਹ ਹੁਸ਼ਿਆਰਪੁਰ ਉਸ ਦਿਨ ਵੀ ਸੇਮ ਜਿਹੜੀ ਹੈ ਰੇਡ ਕੀਤੀ ਗਈ ਸੀ ਤੇ ਹੁਣ ਦੁਬਾਰਾ ਤੋਂ ਵੀ ਪੁਲਿਸ ਸੋਰਸਿਸ ਜਿਹੜੇ ਜਾਣਕਾਰੀ ਦੇ ਰਹੇ ਕਿ ਦੁਬਾਰਾ ਤੋਂ ਵੀ ਰੇਡ ਕੀਤੀ ਗਈ ਹੈ ਤੇ ਪੈਸੇ ਗਿਣਨ ਦੀ ਜਿਹੜੀ ਮਸ਼ੀਨ ਹੁੰਦੀ ਹੈ, ਇਲੈਕਟ੍ਰੋਨਿਕ ਡਿਜੀਟਲ ਮਸ਼ੀਨ, ਉਹਨੂੰ ਵੀ ਜਿਹੜਾ ਹੈ ਕਾਬੂ ਕੀਤਾ ਗਿਆ ਉਹਨਾਂ ਦੇ ਘਰ ਤੋਂ, ਜਿਹੜੀ ਜਾਣਕਾਰੀ ਸਾਨੂੰ ਪੁਲਿਸ ਸੋਰਸਿਸ ਦੇ ਰਹੇ ਤੇ ਹੁਣ ਪੂਰੀ ਜਿਹੜੇ ਹੈਗੇ ਉਹਨਾਂ ਦੀ ਪ੍ਰਾਪਰਟੀ ਨੂੰ ਲੈ ਕੇ, ਕਿਉਂਕਿ 1 ਕਰੋੜ ਦੀ ਜਿਹੜੀ ਰਿਸ਼ਵਤ ਦੀ ਗੱਲ ਸਾਹਮਣੇ ਆਈ ਹੈ, ਕਿਉਂਕਿ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ 2 ਕੇਸਾਂ ਦੀ, ਉਹ ਤਾਂ ਅਲੱਗ ਹੈ। ਲੇਕਿਨ ਹੁਣ ਜਿਹੜਾ ਨਵਾਂ ਮਾਮਲਾ ਸਾਹਮਣੇ ਆਇਆ ਜਿਹਦੇ ਵਿੱਚ AIG ਮਨਮੋਹਨ ਕੁਮਾਰ ਨੂੰ ਕੇਸ ਦਬਾਉਣ ਦੇ ਕਰਕੇ 1 ਕਰੋੜ ਦੀ ਗੱਲ ਕੀਤੀ ਗਈ ਸੀ ਕਿ ਮੈਨੂੰ ਤੁਸੀਂ ਕੇਸ ਤੋਂ ਕੱਢ ਦਿਓ, ਮੈਂ ਤੁਹਾਨੂੰ 1 ਕਰੋੜ ਰੁਪਏ ਜਿਹੜਾ ਹੈਗਾ ਉਹ ਮੈਂ ਤੁਹਾਨੂੰ ਦਊਂਗਾ। ਹੁਣ 1 ਕਰੋੜ ਕਿੱਥੋਂ ਆਇਆ? ਜੀ ਜਾ ਰਹੀ ਹੈ ਕਿਹੜੇ ਪੈਸੇ ਕਿੱਥੋਂ ਪੂਰਾ ਜਿਹੜਾ ਹੈਗਾ ਉਹ ਹਿਸਾਬ ਲਿੱਤਾ ਜਾ ਰਿਹਾ, ਕਿਉਂਕਿ ਹੁਣ ਇਹ ਸੈਕਸ਼ਨ 8 ਜਿਹੜਾ ਹੈਗਾ ਜਿਹਦੇ ਵਿੱਚ ਇਹ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ, ਉਹਦੇ ਵਿੱਚ ਸਾਰੀ ਜਿਹੜੀ ਹੈਗੀ ਉਹ ਜਾਂਚ ਹੁੰਦੀ ਹੈ ਕਿ ਪ੍ਰਾਪਰਟੀ ਨੂੰ ਲੈ ਕੇ ਹੋਰ ਜਿਹੜੇ ਕਿੱਥੋਂ ਆਏ ਪੈਸੇ, ਕਿਹਦੇ ਨਾਲ ਸੰਪਰਕ ਹੈ, ਘਰ 'ਚ ਕਿਸ ਤਰ੍ਹਾਂ ਦੀ ਚੀਜ਼ਾਂ, ਉਹ ਸਾਰੀ ਚੀਜ਼ਾਂ ਨੂੰ ਲੈ ਕੇ ਜਿਹੜੀ ਵਿਜੀਲੈਂਸ ਡਿਪਾਰਟਮੈਂਟ ਹੈ ਉਹ ਸਾਰਾ ਇਨਕੁਆਇਰੀ ਕਰਦੀ ਹੈ। ਇਹ ਸਾਰੀ ਜਿਹੜੀ ਚੀਜ਼ਾਂ ਚੱਲਦੀ ਨਜ਼ਰ ਆ ਰਹੀ ਹੈ ਤਾਂ ਕਹਿ ਸਕਦੇ ਹਾਂ ਕਿ ਜਿਹੜਾ ਅਰੋੜਾ ਦੀ ਜਿਹੜੀ ਮੁਸ਼ਕਿਲ ਹੈ ਅੱਗੇ ਆਉਣ ਵਾਲੇ ਸਮੇਂ 'ਚ ਹੋਰ ਵੀ ਵੱਧ ਸਕਦੀ ਜੀ। ਬਿਲਕੁਲ, ਤਾਂ ਮੁਸ਼ਕਿਲਾਂ ਹੋਰ ਵੱਧ ਸਕਦੀਆਂ ਨੇ। ਸ਼ੁਕਰੀਆ ਫਿਲਹਾਲ ਮਨੋਜ ਪੂਰੀ ਜਾਣਕਾਰੀ ਦੇ ਲਈ। ਤਾਂ ਘਰ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ। ਸੁੰਦਰ ਸ਼ਾਮ ਅਰੋੜਾ ਦੇ ਨੋਟ ਗਿਣਨ ਵਾਲੀ ਮਸ਼ੀਨ ਬਰਾਮਦ ਕੀਤੀ ਗਈ ਹੈ। ਇਸ ਮਸ਼ੀਨ ਦੀ ਮੈਮਰੀ ਚੈੱਕ ਕੀਤੀ ਜਾ ਰਹੀ ਹੈ। ਕਈ ਸਾਰੇ ਅਹਿਮ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਨੇ ਤੇ ਮੋਹਾਲੀ ਦੇ ਇੱਕ ਬਿਲਡਰ ਨੂੰ ਵੀ ਤਲਬ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਬਿਲਡਰ ਨੇ ਹੀ 50 ਲੱਖ ਰੁਪਏ ਦਾ ਇੰਤਜ਼ਾਮ ਕਰਕੇ ਦਿੱਤਾ ਸੀ। ਉਧਰ ਸਿੰਜਾਈ ਘੁਟਾਲੇ ਦੇ ਵਿੱਚ ਵੀ ਵਿਜੀਲੈਂਸ ਦੀ ਜਾਂਚ ਤੇਜ਼ ਹੋ ਗਈ ਹੈ। ਅੱਜ ਰਿਟਾਇਰਡ IAS ਕਾਂਸਿਕ ਪੰਨੂ ਤੋਂ ਪੁੱਛਗਿੱਛ ਹੋਏਗੀ। 6 ਅਫਸਰਾਂ ਦੀ ਜਾਂਚ ਟੀਮ ਸਵਾਲ ਜਵਾਬ ਕਰੇਗੀ। ਸਿੰਜਾਈ ਵਿਭਾਗ ਦੇ ਵਿੱਚ ਪੰਨੂ ਸਕੱਤਰ ਰਹਿ ਚੁੱਕੇ ਨੇ। ਸਕੱਤਰ ਰਹਿਣ ਦੌਰਾਨ ਟੈਂਡਰਾਂ ਬਾਰੇ, ਜਿਹੜੇ ਟੈਂਡਰ ਉਸ ਵੇਲੇ ਜਾਰੀ ਕੀਤੇ ਗਏ ਸੀ, ਉਹਨਾਂ ਦੇ ਬਾਰੇ ਪੁੱਛਗਿੱਛ ਹੋਏਗੀ। ਸਿੰਜਾਈ ਘੁਟਾਲੇ 'ਚ ਵਿਜੀਲੈਂਸ ਦੀ ਜਾਂਚ ਤੇਜ਼ ਹੋ ਗਈ ਹੈ। ਕਾਂਸਿਕ ਪੰਨੂ ਤੋਂ ਅੱਜ ਪੁੱਛਗਿੱਛ ਹੋਏਗੀ। ਠੇਕੇਦਾਰ ਗੁਰਿੰਦਰ ਪਾਪਾ ਨੂੰ ਟੈਂਡਰ ਦਿੱਤੇ ਗਏ ਸੀ। ਠੇਕੇਦਾਰ ਦੇ ਬਿਆਨਾਂ ਤੋਂ ਬਾਅਦ ਪੰਨੂ ਤੋਂ ਪੁੱਛਗਿੱਛ ਹੋਣ ਜਾ ਰਹੀ ਹੈ। ਤਾਂ ਵਿਜੀਲੈਂਸ ਦੇ ਵੱਲੋਂ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਸਿੰਜਾਈ ਘੁਟਾਲੇ 'ਚ ਕਾਨ ਸਿੰਘ ਪੰਨੂ ਰਿਟਾਇਰਡ IAS ਅਫਸਰ ਤੋਂ ਅੱਜ ਪੁੱਛਗਿੱਛ ਕੀਤੀ ਜਾਏਗੀ। ਉਧਰ ਪੁੱਛਗਿੱਛ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਵੱਡਾ ਇਲਜ਼ਾਮ ਲਗਾਇਆ। CBI ਦੇ ਵੱਲੋਂ ਪੁੱਛਗਿੱਛ ਕੀਤੀ ਗਈ, ਜਿਸ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਕਿਹਾ ਕਿ ਮੇਰੇ ਖਿਲਾਫ ਜੋ ਕੇਸ ਹੈ ਉਹ ਆਪਰੇਸ਼ਨ ਲੋਟਸ ਦਾ ਹੀ ਹਿੱਸਾ ਹੈ। ਮੇਰੇ ਤੇ ਆਮ ਆਦਮੀ ਪਾਰਟੀ ਛੱਡਣ ਦਾ ਦਬਾਅ ਬਣਾਇਆ ਜਾ ਰਿਹਾ ਹੈ। ਮੁੱਖ ਮੰਤਰੀ ਦੇ ਅਹੁਦੇ ਦਾ ਵੀ ਆਫਰ ਮਿਲਿਆ ਹੈ। ਕੱਲ CBI ਨੇ ਮਨੀਸ਼ ਸਿਸੋਦੀਆ ਤੋਂ 9 ਘੰਟੇ ਤੱਕ ਪੁੱਛਗਿੱਛ ਕੀਤੀ। CBI ਨੇ ਹਾਲਾਂਕਿ ਸਿਸੋਦੀਆ ਦੇ ਇਹਨਾਂ ਇਲਜ਼ਾਮਾਂ ਦਾ ਖੰਡਨ ਕੀਤਾ ਹੈ। ਮਨੀਸ਼ ਸਿਸੋਦੀਆ ਨੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਤੇ ਆਮ ਆਦਮੀ ਪਾਰਟੀ ਛੱਡਣ ਦਾ ਦਬਾਅ ਪਾਇਆ ਜਾ ਰਿਹਾ ਹੈ। मैं जानता हूं सारा केस फर्जी है और आज मैंने CBI में 9 घंटे की पूछताछ के दौरान 9 घंटे जो मैं रहा वहां भी मैं समझ गया कि किस तरह से सारा केस फर्जी है और किस तरह से इन्होंने पूरी साजिश की गई है। आज मुझे समझ में आया कि इन्होंने CBI में केस किसी घोटाले की जांच के लिए नहीं करा रखा। इन्होंने CBI में जो मेरे खिलाफ केस करा रखा है वो दिल्ली में एक्चुअली ऑपरेशन लोटस को कामयाब करने के लिए करा रखा है। ये बात पहले भी मुझे बाहर से समझ में आ रही थी, लेकिन आज अंदर जाके CBI के हेडक्वार्टर में
9 घंटे तक मेरे को और समझ में आई कि किस तरह से भारतीय जनता पार्टी सीबीआई जैसी एजेंसीज को अनकॉन्स्टिट्यूशनल तरीके से, असंवैधानिक तरीके से, गलत तरीके से दबाव बनाने के लिए यूज कर रही है। साइड में मुझ पर दबाव बनाया गया कि आप छोड़ दो, आप में क्यों हो। मैंने कहा क्यों? बोले ये केस आपके ऊपर ऐसे ही चलते रहेंगे, नहीं तो। देखिए, आज तक आपने विश्व में कभी किसी भ्रष्टाचारी को सुना है कि वो इंट्रोगेशन के बाद बाहर आता है और कहता है कि मैं भ्रष्टाचारी था, मुझसे गलती हो गई? वो यही सब कहता है। और देखिए, ये जो ऑपरेशन है, इस ऑपरेशन का नाम है ऑपरेशन नॉन कोऑपरेशन। देखिए, मैं और आप भी नहीं जानते हैं कि सवाल क्या पूछा गया होगा, क्योंकि एक इंडिपेंडेंट अथॉरिटी है। मगर क्या पूछा गया होगा कॉमन सेंस के हिसाब से? यही पूछा गया होगा ना कि ये जो एक्साइज पॉलिसी आपने वापस क्यों ली? इस एक्साइज पॉलिसी के कारण दिल्ली के एक्सचेकर को कितना नुकसान हो रहा था और क्यों नुकसान हुआ? आपने ऐसी पॉलिसी क्यों बनाई जिसमें कैबिनेट का अप्रूवल नहीं था और 144 करोड़ रुपया जो है आपने ठेकेदारों का माफ कर दिया जो आपके मित्र थे? मगर ये जो ऑपरेशन इत्यादि की बातें कर रहे हैं, ये कहीं ना कहीं ये आम आदमी पार्टी, अरविंद केजरीवाल और मनीष सिसोदिया भ्रष्टाचार की आपदा में राजनीति का अवसर ढूंढ रहे हैं। उधर अरविंद केजरीवाल ਦੇ ਭਗਤ ਸਿੰਘ ਵਾਲੇ ਬਿਆਨ ਤੇ ਬਵਾਲ ਜਾਰੀ ਹੈ। ਹੁਣ ਭਗਤ ਸਿੰਘ ਦੇ ਪਰਿਵਾਰ ਨੇ ਵੀ ਇਸ ਤੇ ਇਤਰਾਜ਼ ਜਤਾਇਆ ਹੈ। ਸ਼ਹੀਦ ਭਗਤ ਸਿੰਘ ਦੀ ਭੈਣ ਪ੍ਰਕਾਸ਼ ਕੌਰ ਦੀ ਬੇਟੀ ਤੇ ਉਹਨਾਂ ਦੇ ਪਤੀ ਨੇ ਸਖਤ ਇਤਰਾਜ਼ ਜਤਾਇਆ ਹੈ। ਭਗਤ ਸਿੰਘ ਦੇ ਪਰਿਵਾਰ ਨੇ ਆਮ ਆਦਮੀ ਪਾਰਟੀ ਨੂੰ ਨਸੀਹਤ ਦਿੱਤੀ ਹੈ ਕਿ ਸ਼ਹੀਦ ਆਜ਼ਮ ਦੇ ਨਾਮ ਤੇ ਸਿਆਸਤ ਨਾ ਕੀਤੀ ਜਾਵੇ। ਕ੍ਰਿਮੀਨਲ ਕੇਸਾਂ ਵਾਲੇ ਸ਼ਹੀਦ ਦੇ ਪੈਰਾਂ ਦੀ ਧੂੜ ਦੇ ਵੀ ਬਰਾਬਰ ਨਹੀਂ। अरविंद केजरीवाल ने मनीष सिसोदिया ते सतेंद्र जैन नूं अज दे भगत सिंह कहा सी इस बयान ते जिथे विरोधी इतराज जता रहे ने, जिथे विरोधी सरकार ते हमले बोल रहे ने, उत्थे ही हुण शहीद आजम भगत सिंह दे परिवार ने भी इन्हां बयानां ते सख्त इतराज जताया है। शहीद आजम भगत सिंह दी भैण प्रकाश कौर दी बेटी ते उन्हां दे पति ने नसीहत दी है सरकार नूं कि शहीद आजम दे नाम ते सियासत ना करो। क्रिमिनल केसां वाले लोग शहीद दे पैरां दी धूड़ दे भी बराबर नहीं। ਸਾਹਿਬ ਨੂੰ ਇਹ ਜਿਹੀਆਂ ਬੇਤੁਕੀਆਂ ਉਦਾਹਰਨਾਂ ਦੇਣ ਦਾ ਕੀ ਫਾਇਦਾ ਆ? ਕੀ ਉਹ ਇਹਦੇ ਚੋਂ ਪ੍ਰਾਪਤ ਕਰਨਾ ਚਾਹੁੰਦੇ? ਆਪਣੇ ਕੇਜਰੀਵਾਲ ਸਾਹਿਬ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਸਿਸੋਦੀਆ ਜਾਂ ਦੂਸਰਾ ਜੈਨ, ਸਤਿੰਦਰ ਜੈਨ, ਉਹ ਕੋਈ ਮੁਲਕ ਲਈ ਲੜਾਈ ਨਹੀਂ ਲੜ ਰਹੇ, ਉਹ ਇੱਕ ਪਾਰਟੀ ਦੀ ਲੜਾਈ ਆ। ਉਹ ਨਿੱਜੀ ਤੁਹਾਡੀ ਪਾਰਟੀ ਦਾ ਹੈਗਾ। ਇਹ ਅਗਰ ਉਹ ਕਿਸੇ ਕੇਸ ਵਿੱਚ ਜੇਲ੍ਹ ਵਿੱਚ ਹੈਗੇ ਆ ਤੇ ਉਹ ਕੇਸਾਂ ਦੇ ਵਿੱਚ ਸਰਦਾਰ ਭਗਤ ਸਿੰਘ ਦਾ ਕੋਈ ਵਾਸਤਾ ਨਹੀਂ ਸੀ। ਕਦੀ ਉਹ ਕਰਪਸ਼ਨ ਦੇ ਕੇਸ ਵਿੱਚ ਜਾਂ ਕਿਸੇ ਉਹ ਹੋਰ ਗਲਤ ਕੰਮ ਦੇ ਵਿੱਚ ਨਹੀਂ ਗਏ। ਉਹਨਾਂ ਦਾ ਮਿਸ਼ਨ ਹੋਰ ਸੀ, ਇਹਨਾਂ ਲੋਕਾਂ ਦਾ ਮਿਸ਼ਨ ਹੋਰ ਆ, ਤੁਹਾਡਾ ਮਿਸ਼ਨ ਹੋਰ ਆ। ਤੁਸੀਂ ਬੜੇ ਸਿਆਣੇ ਹੋ, ਪੜ੍ਹੇ ਲਿਖੇ ਹੋ, IIT ਤੋਂ ਕੀਤੀ ਆ। ਤੇ ਇਹ ਜਿਹੀਆਂ ਗੱਲਾਂ ਦੇ ਵਿੱਚ ਨਾ ਪਵੋ। ਸਰਦਾਰ ਭਗਤ ਸਿੰਘ ਨੂੰ ਡਾਇਲਿਊਟ ਕਰਨ ਦੀ ਕੋਸ਼ਿਸ਼ ਨਾ ਕਰੋ। पाकिस्तान की ड्रोन साजिश ਨੂੰ ਨਾਕਾਮ ਕੀਤਾ ਗਿਆ ਹੈ। 4 ਦਿਨਾਂ ਦੇ ਵਿੱਚ BSF ਨੇ 3 ਪਾਕਿਸਤਾਨੀ ਡਰੋਨ ਢੇਰ ਕੀਤੇ ਨੇ। ਅੰਮ੍ਰਿਤਸਰ ਦੇ ਵਿੱਚ BSF ਨੇ ਪਾਕਿਸਤਾਨੀ ਡਰੋਨ ਦੇ ਪਰਖਚੇ ਉਡਾਏ ਨੇ। ਸਰਹੱਦੀ ਪਿੰਡ ਕਲਮ ਡੋਗਰਾ ਦੇ ਵਿੱਚ ਡਰੋਨ ਮਾਰ ਗਿਰਾਇਆ ਹੈ ਤੇ 2.5 ਕਿਲੋ ਹੈਰੋਇਨ ਜ਼ਬਤ ਕੀਤੀ ਗਈ ਹੈ। ਇਸ ਤੋਂ ਪਹਿਲਾਂ ਕੱਲ ਸਰਹੱਦੀ ਪਿੰਡ ਰਾਣੀਆਂ ਦੇ ਵਿੱਚ ਡਰੋਨ ਡੇਗਿਆ ਗਿਆ ਸੀ ਤੇ ਕੱਲ ਵੀ 2 ਕਿਲੋ ਹੈਰੋਇਨ ਜ਼ਬਤ ਕੀਤੀ ਗਈ ਸੀ। ਨਸ਼ੇ ਦੀ ਸਪਲਾਈ ਸਰਹੱਦ ਪਾਰੋਂ ਹੋ ਰਹੀ ਹੈ। लगातार ड्रोन भेजे जा रहे ने ते वड्डी कामयाबी BSF ਨੂੰ मिली है। पिछले 4 दिनों च 3 ड्रोन गिराए ने ते नशे दी वड्डी खेप बरामद की गई है। कल भी 2 किलो हैरोइन जब्त की गई सी। कल सरहदी पिंड राणिया च ड्रोन गिराया गया सी ते हुण सरहदी पिंड कलम डोगरा दे विच ड्रोन मार गिराया गया है ते 2.5 किलो हैरोइन भी जब्त की गई है। तो पिछले 4 दिनों च तीन जिहड़े ड्रोन ने वो BSF ने गिराए ने। 14 अक्तूबर नूं अजनाला दे विच ड्रोन गिराया है। 16 अक्तूबर नूं राणिया दे विच पिंड राणिया दे विच ड्रोन गिराया गया है ते 17 अक्तूबर नूं कलम डोगरा दे विच ड्रोन गिराया गया है। इस तो पहला कल 2 किलो हैरोइन जब्त की गई सी, वड्डी खेप बरामद की गई सी ते हुण इस ड्रोन के जरिए 2.5 किलो हैरोइन भेजी जा रही सी जिसनूं BSF ने जब्त कर लिया है। तो 4 दिनों दे विच 3 पाकिस्तानी ड्रोन डेगे गए ने। पिछले 4 दिनों दे विच 3 वड्डियां कामयाबियां BSF नूं मिलियां ने। इस तो पहला कल राणिया सैक्टर दे विच ड्रोन डेगिया गया सी जिस दे नाल 2 किलो हैरोइन भेजी जा रही सी ते हुण 2.5 किलो हैरोइन जब्त की गई है। तो एक बार फिर NIA रेड की गल करते हैं। NIA दे वल्लों वड्डा एक्शन हो रहा है। दिल्ली समेत 10 लोकेशंस ते वड्डी रेड इस वेले की जा रही है। गैंगस्टरां दे ठिकाणियां ते छापेमारी हो रही है ते गैंगस्टरां दे जानकारां दे ठिकाणियां ते भी रेड हो रही है। बठिंडा दे पिंड
ਜੰਡੀਆਂ 'ਚ ਵੀ एनआईए ਦੀ ਰੇਡ ਹੋ ਰਹੀ ਹੈ। ਕਬੱਡੀ ਪ੍ਰਮੋਟਰ ਜੱਗਾ ਜੰਡੀਆਂ ਦੇ ਘਰ ਤੇ ਛਾਪਾ ਮਾਰਿਆ ਗਿਆ ਹੈ। एनआईए ਦੇ ਵੱਲੋਂ ਗੈਂਗਸਟਰਾਂ ਦੇ ਘਰਾਂ ਤੇ ਛਾਪੇਮਾਰੀ ਹੋ ਰਹੀ ਹੈ ਤੇ ਦੂਸਰੇ ਪਾਸੇ ਗੈਂਗਸਟਰਾਂ ਦੀ ਜਿਹੜੇ ਮਦਦ ਕਰ ਰਹੇ ਨੇ, ਜਿਨ੍ਹਾਂ ਤੇ ਸ਼ੱਕ ਹੈ ਕਿ ਮਦਦ ਕੀਤੀ ਜਾ ਰਹੀ ਹੈ ਜਾਂ ਉਹਨਾਂ ਦੇ ਜਾਣਕਾਰ ਨੇ, ਉਹਨਾਂ ਦੇ ਟਿਕਾਣਿਆਂ ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਦਿੱਲੀ ਸਮੇਤ 10 ਲੋਕੇਸ਼ਨਸ ਤੇ ਛਾਪਾ ਮਾਰਿਆ ਗਿਆ ਹੈ। ਬਠਿੰਡਾ ਦੇ ਪਿੰਡ ਜੰਡੀਆਂ 'ਚ ਵੀ एनआईए ਦੀ ਰੇਡ ਜਾਰੀ ਹੈ। ਕਬੱਡੀ ਪ੍ਰਮੋਟਰ ਜੱਗਾ ਜੰਡੀਆਂ ਦੇ ਘਰ ਤੇ ਛਾਪਾ ਮਾਰਿਆ ਗਿਆ ਹੈ। ਤਾਂ ਵੱਡਾ ਐਕਸ਼ਨ एनआईए ਦਾ। ਇਸ ਤੋਂ ਪਹਿਲਾਂ ਵੀ ਕੁਝ ਦਿਨ ਪਹਿਲਾਂ एनआईए ਦੇ ਵੱਲੋਂ ਵੱਡੀ ਛਾਪੇਮਾਰੀ ਕੀਤੀ ਗਈ ਸੀ। ਦਿੱਲੀ ਸਮੇਤ ਪੰਜਾਬ, ਹਰਿਆਣਾ, ਕਈ ਸਾਰੇ ਸੂਬਿਆਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਸੀ। ਗੈਂਗਸਟਰਾਂ ਦੇ ਘਰਾਂ ਤੇ ਛਾਪਾ ਮਾਰਿਆ ਗਿਆ ਸੀ। ਉਹਨਾਂ ਦੇ ਪਰਿਵਾਰ ਤੋਂ ਪੁੱਛਗਿੱਛ ਕੀਤੀ ਗਈ। ਕਈ ਥਾਵਾਂ ਤੇ ਮੋਬਾਈਲ ਫੋਨ ਵੀ ਜ਼ਬਤ ਕੀਤੇ ਗਏ ਸੀ ਤੇ ਹੁਣ ਬਠਿੰਡਾ ਦੇ ਪਿੰਡ ਜੰਡੀਆਂ ਦੇ ਵਿੱਚ ਵੀ एनआईए ਦੇ ਵੱਲੋਂ ਰੇਡ ਕੀਤੀ ਗਈ ਹੈ। ਸੂਰਜ ਭਾਨ ਸਾਡੇ ਸਹਿਯੋਗੀ ਜੁੜੇ ਨੇ। ਸੂਰਜ, ਕੀ ਕੁਝ ਪੂਰੀ ਜਾਣਕਾਰੀ? बिल्कुल जी, जानकारी की गल की जाए तो एनआईए ने दबिश दी है बठिंडा ਦੇ ਪਿੰਡ ਜੰਡੀਆਂ ਦੇ ਵਿੱਚ ਰੇਡ ਕੀਤੀ ਗਈ और एनआईए ਦੇ 25 ਤੋਂ ਜ਼ਿਆਦਾ ਅਧਿਕਾਰੀ ਨੇ ਜਾਂ ਜਿਹੜੇ ਆਪਾਂ ਕਹਿ ਸਕਦੇ ਕਰਮਚਾਰੀ ਨੇ ਉਹ ਇੱਥੇ ਜੰਡੀਆਂ ਪਿੰਡ ਦੇ ਵਿੱਚ ਪਹੁੰਚੇ ਨੇ ਤੇ ਜੰਡੀਆਂ ਪਿੰਡ ਦੇ ਵਿੱਚ ਜੱਗਾ ਜੰਡੀਆਂ ਨਾਮ ਦਾ ਇੱਕ ਕਥਿਤ ਗੈਂਗਸਟਰ ਹੈ ਜਿਹਦੇ ਘਰ ਦੇ ਉੱਤੇ ਰੇਡ ਕੀਤੀ ਗਈ ਹੈ और ਇਹ ਵੀ ਦੱਸਿਆ ਜਾ ਰਿਹਾ ਹੈ ਕਿ 25 ਲੋਕਾਂ ਦੀ ਟੀਮ ਹੈ ਇੱਥੇ ਆ ਕੇ ਦਬਿਸ਼ ਦਿੱਤੀ ਹੈ और ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਮਿਲ ਰਹੀ ਹੈ ਕਿ ਜੱਗਾ ਜੰਡੀਆਂ ਦੇ ਉੱਤੇ ਆਰੋਪ ਇਹ ਹੈ ਕਿ ਉਹ ਇੱਕ ਕੈਟਾਗਰੀ ਦਾ ਗੈਂਗਸਟਰ ਤੇ ਦੂਸਰੇ ਪਾਸੇ ਜਿਹੜੇ ਕਬੱਡੀ ਦੇ ਟੂਰਨਾਮੈਂਟ ਹੁੰਦੇ ਨੇ, ਕਬੱਡੀ ਦੇ ਕੱਪ ਹੁੰਦੇ ਨੇ, ਉਹਨਾਂ ਕੱਪਾਂ ਦਾ ਆਯੋਜਨ ਹੈ ਜਿਹੜਾ ਉਹ ਜੱਗਾ ਜੰਡੀਆਂ ਕਰਦਾ। ਤਾਂ ਕਰਕੇ ਸਵਾਲ ਬਹੁਤ ਸਾਰੇ ਨੇ ਔਰ ਇਹਨਾਂ ਸਵਾਲਾਂ ਦਾ ਜਵਾਬ ਲੈਣ ਦੇ ਲਈ एनआईए ਪੰਜਾਬ ਦੇ ਵਿੱਚ ਪਹੁੰਚੀ ਹੈ ਤੇ ਬਠਿੰਡਾ ਦੇ ਵਿੱਚ एनआईए ਨੇ ਦਬਿਸ਼ ਦਿੱਤੀ ਹੈ। एनआईए ਦੇ 25 ਤੋਂ ਜ਼ਿਆਦਾ ਅਧਿਕਾਰੀ ਨੇ, ਉਹਨਾਂ ਦੇ ਅਫਸਰ ਨੇ, ਉਹਨਾਂ ਨੇ ਦਬਿਸ਼ ਦਿੱਤੀ ਹੈ। 5 ਤੋਂ 6 ਗੱਡੀਆਂ ਜੱਗਾ ਜੰਡੀਆਂ ਦੇ ਘਰ ਪਹੁੰਚੀਆਂ ਨੇ ਤੇ ਉੱਥੇ ਜਾਂਚ ਹੈ ਜਿਹੜੀ ਕੀਤੀ ਜਾ ਰਹੀ ਹੈ। ਜੀ शुक्रिया सूरज, पूरी जानकारी दे लई। जग्गा जंडियां दे घर ते भी जांच की जा रही है, छापा मारिया गया है। एनआईए दे वल्लों वड्डा एक्शन हो रहा है ते बठिंडा दे विच भी छापेमारी की जा रही है। दिल्ली समेत कई सूबਿਆਂ ਦੇ ਵਿੱਚ छापेमारी हो रही है। एनआईए ਦੇ ਵੱਲੋਂ ਵੱਡਾ एक्शन ਕੀਤਾ ਜਾ ਰਿਹਾ है। गैंगस्टਰਾਂ ਦੇ खिलाफ ਇਹ कार्रवाई हो रही है। गैंगस्टਰਾਂ ਤੇ ਉਹਨਾਂ ਦੇ ਗੁਰਗਿਆਂ ਦੇ खिलाफ कार्रवाई हो रही है। ਇਸ ਤੋਂ ਪਹਿਲਾਂ ਵੀ कई सारियां थावां ते एनआईए दे वल्लों छापेमारी की गई सी। गैंगस्टरां दे परिवारां तो पुछगिछ की गई सी। कई थावां ते मोबाइल फोन भी जब्त किए गए सी। शंकर आनंद साडे सहयोगी जुड़े ने। शंकर, क्या कुछ अपडेट आपके पास एनआईए की तरफ से, कहां-कहां रेड की जा रही है? देखिए, ये सर्च ऑपरेशन सिर्फ पंजाब नहीं बल्कि राजस्थान वगैरह में भी सर्च ऑपरेशन चल रहा है। पंजाब, हरियाणा, दिल्ली एनसीआर में सर्च ऑपरेशन को अंजाम दिया जा रहा है जिसमें कि कई गैंगस्टर के खिलाफ एक कार्रवाई जो है उसको अंजाम दिया जा रहा है। गैंगस्टर, इसके साथ साथ गैंगस्टर के गुर्गे और गैंगस्टर को जो मदद करते हैं, कई तरह से जो प्रत्यक्ष तौर पर, परोक्ष तौर पर जो मदद करते हैं, तो उनके खिलाफ एक ठोस और बड़ी कार्रवाई को अंजाम दिया जा रहा है और एनआईए के द्वारा एक बड़े सर्च ऑपरेशन को अंजाम दिया जा रहा था। एक तरह से कह सकते हैं कि कार्रवाई जो है, जिस तरह से पिछले कुछ दिनों पहले भी देखने को मिला था कि दिल्ली में जिस तरह से बहुत ऐसे गैंगस्टर ग्रुप हैं शायद जिसका वास्ता सीधे तौर पर पंजाब, हरियाणा, राजधानी दिल्ली और राजस्थान से जुड़ता है, तो ये चारों पांचों राज्यों में किस तरह से कई गैंगस्टर एक साथ मिल करके एक साम्राज्य चलाते हैं, तो इनकी तमाम जानकारियां जो है जिस तरह से जुटाई गई थी, उसी बात को लेकर आज सर्च ऑपरेशन को अंजाम दिया जा रहा है। हालांकि पिछले कुछ समय पहले जिस तरह से लॉरेंस बिश्नोई, काला जठेरी, इसके साथ साथ कई ऐसे गैंगस्टर ग्रुप हैं जो जिसके खिलाफ ऑपरेशन को अंजाम दिया गया था, सर्च ऑपरेशन हुआ था और उसी सर्च ऑपरेशन के दौरान फिर कुछ लोगों की बाद में गिरफ्तारी भी हुई थी। तो गिरफ्तारी के बाद जब पूछताछ की गई तो उसी पूछताछ के दौरान कई महत्वपूर्ण जानकारियां सामने आई। उसी के आधार पर आज ये सर्च ऑपरेशन को अंजाम दिया जा रहा है, जिसमें कि विशेष तौर पर जिस तरह से अगर बात किया जाए तो आज सुबह ही तकरीबन 6 बजे ही राजस्थान, राजधानी दिल्ली, एनसीआर, हरियाणा, पंजाब में सर्च ऑपरेशन को अंजाम दिया गया और खास तौर पर गैंगस्टर के खिलाफ एक कहा जा सकता है कि जिस तरह से एक मुहिम चलाई गई है, तो ये ऑपरेशन विशेष तौर पर पिछले 2 महीने पहले ही इसको प्लान किया गया था और जिसमें कि इस मामले को लेकर चर्चा की गई थी केंद्रीय गृह मंत्रालय में। केंद्रीय गृह मंत्री अमित शाह की अध्यक्षता में जो बैठक हुई थी, जिसके बाद यह फैसला लिया गया था कि किस तरह से इस गैंगस्टर के खिलाफ एक ऑपरेशन चलाना है और उस महत्वपूर्ण बैठक में एनआईए के डीजीपी, एनआईए के अधिकारी और उसके साथ दिल्ली पुलिस के अधिकारी जो हैं वो मौजूद थे। तो एक तरह से कह सकते हैं कि अभी ये सर्च ऑपरेशन प्रारंभ हुआ है, लेकिन लोकेशन की जानकारी अभी जानबूझकर जांच एजेंसी के द्वारा साझा नहीं की जा रही है, क्योंकि अभी साझा करने से हो सकता है कि इसका फायदा आरोपी पक्ष को हो जाए,
तो इसलिए अभी लोकेशन का जानबूझकर जांच एजेंसी से भी उसकी जानकारी साझा नहीं की जा रही है। लेकिन इतना तो स्पष्ट है कि गैंगस्टर के खिलाफ जिस तरह से यह ऑपरेशन को अंजाम दिया जा रहा है, कहा जा सकता है कि आने वाले वक्त में कई गैंगस्टर की गिरफ्तारी भी सामने आ सकती है और गैंगस्टर के खिलाफ जो कार्रवाई की जाएगी उसकी भी प्रॉपर्टी अटैच की जा सकती है। तो एक तरह से कहा जा सकता है आर्थिक तौर पर भी उन गैंगस्टर के खिलाफ एक मुहिम चलाने की एक जो ऑपरेशन है उसको अंजाम दिया जा रहा है और इसके तहत कई गैंगस्टर के गुर्गे और उसको मदद करने वाले जो लोग हैं, जो जिसको इस बात की जानकारी है कि ये गैंगस्टर हैं या अपराधी है, उसके बावजूद भी जो मदद करते हैं उनके खिलाफ भी कार्रवाई की जा सकती है। जी शुक्रिया शंकर पूरी जानकारी के लिए। तो जेड़े कोई मदद करते ने गैंगस्टरां दी या उन्हां दा साथ दिंदे ने तो उन्हां दे खिलाफ भी कार्रवाई हो सकती है। दिल्ली समेत कई सूबਿਆਂ 'ਚ छापेमारी हो रही है, लेकिन अजे जिवें साडे सहयोगी जानकारी दे रहे सी कि एनआईए दे वल्लों कोई जानकारी साझी नहीं की जा रही कि कित्थे छापा मारिया जा रहा है ताकि उन्हां गैंगस्टरां नूं इसदा पता ना लगे ते उन्हां दे वल्लों कोई होर जिहड़ा है ਉਹ ਉੱਥੋਂ अगर वो उत्थे मौजूद ने या फिर वो किसी दी मदद लै रहे ने तो उन्हां नूं इस दे बारे जानकारी ना मिले। एनआईए दे वल्लों वड्डा एक्शन इस वेले कीता जा रहा है, गैंगस्टरां दे ठिकाणिਆਂ ते छापेमारी कीती जा रही है।